देश दुनिया च वसदे पंजाबियों ਨੂੰ खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने मनप्रीत रंधावा। मनप्रीत रंधावा अंग्रेजी ਦੀਆਂ ਵੱਡੀਆਂ ਅਖਬਾਰਾਂ ਨਾਲ ਸਾਲਾਂ ਤੋਂ ਜੁੜੇ ਹੋਏ ਆ ਔਰ ਬਿਹਤਰੀਨ ਬੁਲਾਰੇ ਨੇ, ਨਿਰਪੱਖ ਸੋਚ ਰੱਖਦੇ ਆ। ਇੱਕ ਜਰਨਲਿਜ਼ਮ ਦੀ ਇੱਕ ਧਰਾਤਲ ਹੈ ਤੇ ਉਹਦੇ ਉੱਤੇ ਇੱਕ ਅੰਬਰ ਹੈ, ਉਹਦੇ ਵਿੱਚ ਮਨਪ੍ਰੀਤ ਦਾ ਜ਼ਿਕਰ ਵੱਡੇ ਲੋਕਾਂ 'ਚ ਸ਼ੁਮਾਰ ਹੈ। ਪਹਿਲੀ ਵਾਰੀ ਅਸੀਂ ਇਕੱਠੇ ਪ੍ਰੋਗਰਾਮ ਕਰ ਰਹੇ ਹਾਂ, ਇਸ ਕਰਕੇ ਮੈਂ ਥੋੜੀ ਜਿਹੀ ਭੂਮਿਕਾ ਬੱਧੀ ਹੈ। ਅਦਰਵਾਈਜ਼ ਮਨਪ੍ਰੀਤ ਨੂੰ ਬਹੁਤਾ ਪਸੰਦ ਨਹੀਂ ਕਿ ਮੈਂ ਇਹਨਾਂ ਦੇ ਬਾਰੇ 'ਚ ਜ਼ਿਆਦਾ ਬੋਲਾਂ। ਅੱਗੇ ਜਾ ਕੇ ਅਸੀਂ ਇਕੱਠੇ ਮਿਲਦੇ ਰਵਾਂਗੇ। ਮਨਪ੍ਰੀਤ ਜੀ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਦੋਸਤੋ, ਸਵਾਲ ਪੰਜਾਬ ਦੀ ਸਿਆਸਤ ਦੇ ਦੁਆਲੇ ਹੀ ਘੁੰਮੀ ਜਾਂਦਾ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰ ਰਾਹੁਲ ਗਾਂਧੀ ਨੇ ਆਖਰੀ ਪਲਾਂ ਦੇ ਵਿੱਚ ਮਾਝੇ ਦੀ ਸਿਆਸਤ ਨੂੰ ਫੋਕਸ ਵਿੱਚ ਕਿਉਂ ਲਿਆਂਦਾ? ਆਖਿਰ ਬਾਦਲਾਂ ਦੇ ਇੱਕ ਨੇੜਲੇ ਤੇ ਪਾਵਰਫੁਲ ਰਿਸ਼ਤੇਦਾਰ ਦੇ ਖਿਲਾਫ ਲੋਕਾਂ ਨੂੰ ਸਭ ਤੋਂ ਬਾਅਦ ਵਿੱਚ ਕਿਉਂ ਸੁਣਿਆ, ਜਿਨ੍ਹਾਂ ਦੇ ਵਿੱਚ ਇੰਦਰਬੀਰ ਬੁਲਾਰੀਆ ਨੇ, ਜਿਨ੍ਹਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਔਰ ਆਖਰ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਵੀ ਬੁਲਾਇਆ ਗਿਆ। ਤੇ ਹਰੀਸ਼ ਰਾਵਤ ਦੇ ਬੋਲੇ ਲਫ਼ਜ਼ ਜਿਹੜੇ ਮੁੱਦੇ ਐਡਰੈਸ ਕੀਤੇ ਗਏ, ਉਹਨਾਂ 'ਚ ਪਹਿਲੀ ਕਤਾਰ ਦੇ ਮੁੱਦਿਆਂ 'ਚ ਕਿਹੜੇ ਮੁੱਦੇ ਸ਼ਾਮਲ ਹੈ? ਇਹ ਸੰਕੇਤਕ ਸਿਆਸਤ ਹੈ, ਜਿਹੜੀ ਸਿਆਸਤ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਨੂੰ ਕਾਂਸਟੇਬਲ ਦੇ ਬਰਾਬਰ ਰੱਖਣ ਦੀ ਸਿਆਸਤ ਤੋਂ ਤੁਰਦੀ ਹੈ। ਦੂਜਾ ਸਵਾਲ, ਸੁਖਬੀਰ ਸਿੰਘ ਬਾਦਲ ਨੂੰ ਸੱਦ ਲਿਆ ਜਾਂਦਾ ਹੈ SIT ਵੱਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਰੀ ਕਦਮੀ ਵਾਪਸ ਚੰਡੀਗੜ੍ਹ ਨੂੰ ਪਰਤਦੇ ਆ, ਤਾਂ ਫਿਰ ਦੂਜੀ ਸਿਆਸਤ 'ਚ ਹਲਚਲ ਹੋਣ ਲੱਗਦੀ ਆ। ਇਹਦੇ ਵੱਖਰੇ ਅਰਥ ਲੈਂਦੇ ਆ। ਲੇਕਿਨ ਤੀਜਾ ਸਭ ਤੋਂ ਅਹਿਮ ਸਵਾਲ ਕਿ ਅਕਾਲੀਆਂ ਨਾਲ ਜੁੜੀ ਇੱਕ ਹੋਰ ਵੱਡੀ ਖਬਰ, ਜਿਹਦੇ ਜਸ਼ਨ ਮਨਾਏ ਗਏ ਗੱਠਜੋੜ ਦੇ, ਉਹਦੇ ਵਿੱਚ ਤਰੇੜ ਪੈਂਦੀ ਨਹੀਂ, ਉਹਦੇ ਵਿੱਚ ਵੱਡਾ ਪਾੜ ਪੈਂਦਾ ਦਿਸਦਾ ਹੈ। ਦੁਆਬੇ ਦੀਆਂ ਸੀਟਾਂ ਨੂੰ ਲੈ ਕੇ ਮਾਇਆਵਤੀ ਵੱਲੋਂ 25 ਨੂੰ ਬਸਪਾ ਦੇ ਪ੍ਰਦੇਸ਼ ਲੀਡਰ ਸੱਦ ਲਏ ਗਏ ਆ। ਉਹਨਾਂ ਨੂੰ ਸੱਦਿਆ ਜਾਣਾ ਸੌਖਾ ਨਹੀਂ ਹੁੰਦਾ। ਬਸਪਾ ਦੀ ਪ੍ਰਧਾਨ ਦਾ ਪੰਜਾਬ ਨੂੰ ਲੈ ਕੇ ਬਹੁਤਾ ਮੋਹ ਕਦੇ ਨਹੀਂ ਰਿਹਾ। ਜੇ ਸੱਦੇ ਗਏ ਨੇ, ਅੰਦਰ ਕੁਝ ਪੱਕਦਾ ਹੋਊਗਾ। ਮਨਪ੍ਰੀਤ ਤੋਂ ਜਾਣਾਂਗੇ, ਦੁਆਬੇ ਦੇ ਧੁਰ ਅੰਦਰ ਰਹਿ ਕੇ ਇਹਨਾਂ ਨੇ ਬੜਾ ਕੁਝ ਉੱਥੋਂ ਕੱਢਿਆ ਪਾਇਆ। ਮਨਪ੍ਰੀਤ ਜੀ, ਜਦੋਂ ਅਸੀਂ ਇਹ ਸਾਰੀ ਪੋਲਿਟਿਕਸ ਨੂੰ ਦੇਖਦੇ ਹਾਂ ਤੇ ਆਪਸੀ ਕਲੇਸ਼ ਜਿਹੜਾ ਸੀ ਹੌਲੀ ਹੌਲੀ 75-25 ਤੋਂ ਤੁਰਦਾ ਤੁਰਦਾ, ਰਲੇ ਹੋਣ ਦੇ ਦੋਸ਼ਾਂ ਤੋਂ ਤੁਰਦਾ ਤੁਰਦਾ ਜਿੱਥੇ ਜਾ ਕੇ ਖਲੋ ਗਿਆ, ਇਹਨੇ ਹੁਣ ਇਹ ਜਿਹੜੀ ਕਹਿੰਦੇ ਦੁੱਖ ਦੀ ਰਗ ਟੱਚ ਕਰ ਲਈ। ਇਹ ਦੁੱਖ ਦੀ ਰਗ ਦਾ ਇਲਾਜ ਵੀ ਹੋਊ? ਦੇਖੋ ਰੰਧਾਵਾ ਜੀ, ਇੱਕ ਚੀਜ਼ ਆ ਬੜੀ ਕਲੀਅਰ ਔਰ ਤੁਸੀਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਵੀ ਦਿੱਤੀ ਆ। ਮਾਝੇ ਦੀ ਤੁਸੀਂ ਗੱਲ ਕਰਦੇ ਹੋ, ਤੁਹਾਨੂੰ ਯਾਦ ਹੋਣਾ ਸਨ 2017 ਦੇ ਵਿੱਚ ਕਾਂਗਰਸ ਨੂੰ 25 ਚੋਂ 22 ਸੀਟਾਂ ਮਿਲੀਆਂ ਸੀ। ਬਹੁਤ ਵੱਡੀ ਪ੍ਰਾਪਤੀ ਸੀ। ਅੱਜ ਜਦੋਂ ਮਾਝੇ ਦੀ ਗੱਲ ਆਉਂਦੀ ਹੈ ਤੇ ਜਿਹੜੇ ਮਾਝੇ ਦੀ ਜਰਨੈਲ ਦੀ ਗੱਲ ਤੁਸੀਂ ਕਰ ਰਹੇ ਹੋ, ਵਿਕਰਮ ਸਿੰਘ ਮਜੀਠੀਆ ਹੋਣਾ ਦੀ, ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਡਰੱਗ ਦੇ ਨਾਲ ਜਿਹੜਾ ਨਾਂ ਉਹ ਜੁੜਦਾ ਰਿਹਾ ਪਿਛਲੇ ਬਹੁਤ ਸਾਰੇ ਸਮਿਆਂ ਤੋਂ। ਅਰਵਿੰਦ ਕੇਜਰੀਵਾਲ ਹੋਣ, ਜਿਹੜੇ ਸਨ 2017 ਦੇ ਵਿੱਚ ਆਪਣੀ ਸੱਤਾ ਇੱਥੇ ਕਾਇਮ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਤੁਹਾਨੂੰ ਪਤਾ ਵੀ ਬੋਰਡ ਵੀ ਲਵਾ ਦਿੱਤੇ ਸੀ। ਬਹੁਤ ਸਾਰੇ ਇਲਜ਼ਾਮ ਲੱਗੇ, ਪਿੰਡਾਂ 'ਚ ਧੜੇਬਾਜ਼ੀਆਂ ਹੋ ਗਈਆਂ ਤੇ ਬਾਅਦ ਦੇ ਵਿੱਚ ਆ ਕੇ ਮਾਫੀ ਵੀ ਮੰਗ ਗਏ। ਹੁਣ ਫੇਰ ਜਦੋਂ ਕਾਂਗਰਸ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਡਰੱਗਸ ਦੇ ਮਸਲੇ ਹੋਣ, ਬੇਅਦਬੀ ਦੇ ਮਸਲੇ ਹੋਣ, ਤੇ ਅੱਜ ਜਿਵੇਂ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ, ਜਿਹੜਾ ਡਰੱਗਸ ਦਾ ਮਸਲਾ ਉਹ ਪਹਿਲੀ ਕਤਾਰ ਦੇ ਵਿੱਚ ਤਰਜੀਹ ਤੇ ਆ ਕੇ ਖੜਾ ਹੋ ਗਿਆ। ਕਿਉਂਕਿ ਕਾਂਗਰਸ ਨੂੰ ਇਹ ਪਤਾ, ਹਾਈ ਕਮਾਂਡ ਨੂੰ ਇਹ ਪਤਾ ਕਿ ਜਿਹੜੇ ਲੀਡਰਸ਼ਿਪ ਨੇ ਇਹਨਾਂ ਨੂੰ ਥਾਪਿਆ ਕੈਪਟਨ ਅਮਰਿੰਦਰ ਸਿੰਘ ਨੂੰ, ਜਦੋਂ 7-8 ਮਹੀਨਿਆਂ ਬਾਅਦ ਚੋਣ ਹੋਣੀ ਆ ਤੇ ਇਹ ਚੀਜ਼ਾਂ ਮੁੜ ਕੇ ਦੁਬਾਰਾ ਖੜੀਆਂ ਹੋ ਜਾਣੀਆਂ ਤੇ ਇਹਨਾਂ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਆਪਾਂ ਨੂੰ ਸਾਰਿਆਂ ਨੂੰ ਪਤਾ ਬਠਿੰਡੇ ਕਿੱਦਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਅਸੀਂ ਲੱਕ ਤੋੜ ਦਾਂਗੇ। ਲੱਕ ਲੁੱਕ ਹਜੇ ਕੁਛ ਨਹੀਂ ਟੁੱਟਿਆ। ਕੋਈ ਹਜੇ ਡਰੱਗਸ ਇਸ ਪੰਜਾਬ ਦੇ ਵਿੱਚੋਂ, ਇਸ ਸੂਬੇ ਦੇ ਵਿੱਚੋਂ ਖਤਮ ਨਹੀਂ ਹੋਈ। ਇਸੇ ਕਰਕੇ ਹੁਣ ਦੁਬਾਰਾ ਜਿਹੜੀ ਮੇਰੀ ਤੁਹਾਡੀ ਗੱਲ, ਜਿਹੜਾ ਮੂਲ ਤੁਹਾਡਾ ਪ੍ਰਸ਼ਨ ਆ, ਜਿਹੜਾ ਸਵਾਲ ਆ, ਉਹ ਉੱਥੇ ਹੀ ਖੜਾ ਕਿ ਮਾਝੇ ਦੇ ਵਿੱਚ ਜਿਹੜਾ ਇਹ ਕਹਿ ਰਹੇ ਆ ਕਿ ਅਸੀਂ ਹੁਣ, ਤੁਸੀਂ ਇੱਕ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਾਂ। ਤੁਸੀਂ ਰੰਧਾਵਾ ਜੀ ਇੱਕ ਗੱਲ ਦੇਖੋ ਕਿ ਜਿਹੜੇ ਮੈਕਸਿਮਮ MLAs ਜਾ ਕੇ ਭੁਗਤੇ ਨੇ, ਜਿਹੜੇ ਇਹ ਪਹਿਲਾਂ 3 ਮੈਂਬਰੀ ਜਿਹੜਾ ਪੈਨਲ ਸੀ ਉਹਨਾਂ ਅੱਗੇ ਭੁਗਤੇ ਨੇ, ਤੇ ਜਿਹੜਾ ਵੱਖਰੇ ਵੱਖਰੇ ਟਾਈਮ ਤੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਬੁਲਾਇਆ, ਤ੍ਰਿਪਤ ਬਾਜਵਾ ਨੂੰ ਬੁਲਾਇਆ, ਉਸ ਤੋਂ ਬਾਅਦ ਮਨਪ੍ਰੀਤ ਬਾਦਲ ਹੋਣਾ ਨੂੰ ਬੁਲਾਇਆ, ਸੁਨੀਲ ਜਾਖੜ ਹੋਣਾ ਨੂੰ, ਕਿਉਂਕਿ ਸੁਨੀਲ ਜਾਖੜ ਵੀ ਤੁਹਾਨੂੰ ਪਤਾ ਮਾਝੇ ਦੀ ਰਾਜਨੀਤੀ ਕਰ ਚੁੱਕੇ ਆ, ਗੁਰਦਾਸਪੁਰ ਦੇ ਉਹ MP ਰਹੇ ਆ। ਠੀਕ ਹੈ, ਇਹਨਾਂ ਨੇ ਇਹ ਗੱਲ ਦੱਸੀ ਹੈ ਕਿ ਅੱਜ ਵੀ ਸਾਡੀ 4.5 ਸਾਲ ਦੀ ਸੱਤਾ ਹੋਣ ਤੋਂ ਬਾਅਦ ਕਾਂਗਰਸ ਦੇ ਪੈਰ ਪੂਰੀ ਤਰ੍ਹਾਂ ਮਾਝੇ ਦੇ ਵਿੱਚ ਲੱਗੇ ਨਹੀਂ ਹੈ। ਇਹ ਠੀਕ ਹੈ ਕਿ ਸਾਨੂੰ ਸੀਟਾਂ ਆ ਗਈਆਂ, 10 ਸਾਲ ਦੀ ਐਂਟੀ ਇਨਕੰਬੈਂਸੀ, 10 ਸਾਲ ਦੀ ਸਰਕਾਰ ਸੀ ਅਕਾਲੀਆਂ ਦੀ। ਉਸ ਤੋਂ ਬਾਅਦ ਬਹੁਤ ਸਾਰਾ ਜਿਹੜਾ ਲੋਕਾਂ ਦਾ ਜਿਹੜਾ ਰੋਹ ਸੀ, ਗੁੱਸਾ ਸੀ, ਉਹ ਅਕਾਲੀਆਂ ਦੇ ਖਿਲਾਫ ਸੀ। ਉਹ ਆਪਾਂ ਨੂੰ ਪਤਾ ਹੈ ਕਿਉਂਕਿ ਬੇਅਦਬੀ ਦੇ ਕੇਸ ਸੀ, ਬਹਿਬਲ ਕਲਾਂ ਗੋਲੀकांड ਹੋਵੇ, ਕੋਟਕਪੂਰਾ ਗੋਲੀकांड ਹੋਵੇ, ਜਿਹਦੀ ਹਜੇ ਤੱਕ ਜਾਂਚ ਚੱਲ ਰਹੀ ਆ। ਉਹ ਇਹ ਮਸਲਿਆਂ ਨੂੰ ਜਦੋਂ
ਹੱਲ ਕਰਨ ਦੇ ਵਿੱਚ ਨਾਕਾਮਯਾਬ ਹੋਏ, ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਅੱਜ ਵੀ ਉਹ ਕਹਿੰਦੇ ਆ ਵੀ ਸਾਡੀ ਮਾਝੇ ਦੇ ਵਿੱਚ ਚੱਲਦੀ ਨਹੀਂ। ਅੱਜ ਵੀ ਉੱਥੇ ਜਿਹੜੇ ਮਾਝੇ ਦੇ ਜਰਨੈਲ ਆ ਉਹ ਬਿਕਰਮ ਸਿੰਘ ਮਜੀਠੀਆ, ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਮਾਝੇ ਦੇ ਜਰਨੈਲ ਕਿਉਂ ਨੇ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਸੌਫਟ ਨੇ। ਉਹਨਾਂ ਦੇ ਖਿਲਾਫ ਹਜੇ ਤੱਕ ਜਿਹੜੇ ਕਹਿੰਦੇ ਸੀ ਮੈਂ ਆਉਂਦੇ ਇਹਨਾਂ ਨੂੰ ਜੇਲ੍ਹ 'ਚ ਪਾ ਦਾਂਗਾ ਜਾਂ ਜੇਲ੍ਹ 'ਚ ਬੰਦ ਕਰ ਦਾਂਗਾ, ਇਹੋ ਜਿਹਾ ਕੁਝ ਹੋਇਆ ਨਹੀਂ ਜੀ। ਵੈਸੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਦੋਂ ਸੱਤਾ ਸਿਖਰ ਤੇ ਸੀ ਅਕਾਲੀਆਂ ਦੀ, ਉਦੋਂ ਅਚਨਚੇਤ ਇਹ ਸਾਰੇ ਡਰੱਗ ਵਾਲੇ ਮਸਲੇ ਖੜੇ ਹੋ ਜਾਂਦੇ ਆ ਤੇ ਅੰਮ੍ਰਿਤਸਰ ਦੇ ਨਾਲ ਇਹਨਾਂ ਦਾ ਨਾਤਾ ਜੋੜਨਾ ਸ਼ੁਰੂ ਕਰਤਾ ਜਾਂਦਾ। ਵੱਖਰੀ ਗੱਲ, ਇਹਦੇ 'ਚ ਅਜੇ ਜਾਂਚ ਏਜੰਸੀਆਂ ਦੀ ਰਿਪੋਰਟਸ ਪੈਂਡਿੰਗ ਨੇ, ਅਦਾਲਤਾਂ ਦੇ ਕੋਈ ਫੈਸਲੇ ਨਹੀਂ। ਕੋਈ ਵਿਅਕਤੀ ਵਿਸ਼ੇਸ਼, ਜਿਵੇਂ ਅਸੀਂ ਬਿਕਰਮ ਮਜੀਠੀਆ ਦਾ ਨਾਂ ਲੈ ਰਹੇ ਹਾਂ, ਉਹ ਕਿਧਰੇ ਵੀ ਗਿਲਟੀ ਨਹੀਂ ਅਦਾਲਤੀ ਤੌਰ ਤੇ, ਲੇਕਿਨ ਸਿਆਸਤ ਦੇ ਵਿੱਚ ਨਾਂ ਘੁੰਮਦੇ ਰਹਿੰਦੇ ਆ। ਔਰ ਜਿਸ ਤਰੀਕੇ ਨਾਲ ਕੇਜਰੀਵਾਲ ਮਾਫੀ ਮੰਗ ਕੇ ਗਏ ਆ, ਇੱਕ ਤਰ੍ਹਾਂ ਨਾਲ ਬਿਕਰਮ ਮਜੀਠੀਆ ਦਾ ਹੱਥ ਉੱਤੇ ਹੋਇਆ ਅਦਾਲਤੀ ਪ੍ਰਕਿਰਿਆ 'ਚ ਕਿ ਮੇਰੇ ਤੇ ਝੂਠੇ ਦੋਸ਼ ਲਾਉਣ ਵਾਲੇ ਇਹ ਸਾਰੇ ਦੇ ਸਾਰੇ ਸਿਆਸਤ ਕਰ ਰਹੇ। ਲੇਕਿਨ ਦੂਜੇ ਬੰਨੇ ਕਿਉਂਕਿ ਇਹ ਮਸਲਾ ਐਡਰੈਸ ਨਹੀਂ ਹੋਇਆ, ਇਹ ਕਾਂਗਰਸੀ ਸਿਆਸਤ ਔਰ ਪੰਜਾਬ ਦੇ ਲੋਕਾਂ 'ਚ ਗੱਲ ਤੁਰਦੀ ਆ ਕਿ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫੋਕਸ ਨਾ ਵੀ ਕਰੋ, ਘੱਟੋ ਘੱਟ ਇਹ ਤੇ ਦੱਸੋ। ਸ਼ਸ਼ੀ ਕਾਂਤ ਇਹ ਆਖਦੇ ਰਹੇ ਕਿ ਇਹਦੇ ਵਿੱਚ ਵੱਡੇ ਪੋਲੀਟੀਸ਼ੀਅਨਸ ਨੇ। ਜਦੋਂ ਭੋਲਾ ਡਰੱਗ ਕੇਸ ਹੁੰਦਾ ਤੇ ਉਹਦੇ ਵਿੱਚ ਫੇਰ ਕਈ ਵੱਡੇ ਪੁਲਿਸ ਅਫਸਰ ਔਰ ਪੋਲੀਟੀਸ਼ੀਅਨਸ ਦੇ ਨਾਮ ਬੋਲਦੇ ਰਹੇ ਆ। ਫਿਰ ਨਰਿੰਜਨ ਸਿੰਘ ਜਿਹੜੇ ਈਡੀ ਵਾਲੇ ਆ, ਉਹ ਕਈਆਂ ਨੂੰ ਤਲਬ ਕਰਦੇ ਆ, ਮੁੜ ਕੇ ਉਹ ਵੀ ਰਿਪੋਰਟ ਹਾਈ ਕੋਰਟ 'ਚ ਚਲੇ ਜਾਂਦੀ ਆ। ਇਸ ਤੋਂ ਬਾਅਦ ਸਿੱਧੂ ਵਾਲੀ ਰਿਪੋਰਟ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ, ਜਿਨ੍ਹਾਂ ਨੂੰ ਬੜੇ ਚਾਅ ਨਾਲ ਲਿਆਂਦਾ ਸੀ, ਜਸ਼ਨ ਨਾਲ ਲਿਆਂਦਾ ਸੀ, ਸਿੱਧੇ ਮੁੱਖ ਮੰਤਰੀ ਨਾਲ ਜੁੜੇ ਹੋਏ ਸੀ, ਉਹਨਾਂ ਦੀ ਰਿਪੋਰਟ ਵੀ ਅਜੇ ਪੈਂਡਿੰਗ ਆ। ਸੋ ਸਵਾਲ ਉੱਠਣੇ ਸੁਭਾਵਿਕ ਹੈ ਕਿ ਕਿਸੇ ਮਸਲੇ ਨੂੰ ਹੱਥ 'ਚ ਲੈਣੇ, ਉਹਨੂੰ ਨਜਿੱਠ ਵੀ ਲਓ। ਉਦੋਂ ਦਿਲਚਸਪ ਮਸਲਾ ਇਹ ਹੋਇਆ ਸੀ ਕਿ ਸੱਤਾ ਦੇ ਸਿਖਰ ਤੇ ਇੰਦਰਬੀਰ ਬੁਲਾਰੀਆ, ਜਿਹੜਾ ਕਿ ਮਜੀਠੀਆ ਕੈਂਪ 'ਚ ਬਹੁਤ ਨੇੜੇ ਸੀ, ਅੰਦਰ ਸੀ, ਇਕੱਠੇ ਸੀ, ਖਾਣ ਪੀਣ ਇਕੱਠਾ ਸੀ, ਉਹ ਅਚਨਚੇਤ ਬਾਹਰ ਹੋ ਜਾਂਦੇ। ਹੌਲੀ ਹੌਲੀ ਉਹਨਾਂ ਨੂੰ ਪੋਲਿਟਿਕਸ ਹੀ ਇੱਕ ਤਰ੍ਹਾਂ ਨਾਲ ਛੱਡਣੀ ਪੈਂਦੀ ਹੈ ਤੇ ਫਿਰ ਉਹ ਜੀਵਤ ਹੁੰਦੇ ਆ ਕਾਂਗਰਸ ਜੁਆਇਨ ਕਰਕੇ। ਅੱਜ ਉਹਨਾਂ ਦਾ ਰਾਹੁਲ ਗਾਂਧੀ ਨੂੰ ਮਿਲਣਾ ਜਾਂ ਰਾਹੁਲ ਗਾਂਧੀ ਵੱਲੋਂ ਦੁਬਾਰਾ ਸੱਦਿਆ ਜਾਣਾ, ਮਨਪ੍ਰੀਤ ਨੂੰ ਬਾਦਲਕਿਆਂ ਦੀ ਅੰਦਰਲੀ ਸਿਆਸਤ ਬਾਰੇ ਪੁੱਛਣ ਦੀ ਗੱਲ ਹੋਵੇ, ਜਾਂ ਪ੍ਰਤਾਪ ਸਿੰਘ ਬਾਜਵਾ ਦਾ ਦੂਜੀ ਤੀਜੀ ਵਾਰ ਮਿਲਣਾ ਤੇ ਆਖਰੀ ਵਾਰ ਮਿਲਣਾ, ਤੇ ਬਾਜਵਾ ਦਾ ਬਾਹਰ ਆ ਕੇ ਕਹਿਣਾ ਕਿ ਡਰੱਗ ਮਾਮਲਿਆਂ ਤੇ। ਸੋ ਇਹਦਾ ਮਤਲਬ ਹੈ ਕਿ ਅਗਲੇ ਦਿਨਾਂ 'ਚ ਇਹ ਜਿਹੜੀ ਆਖਰੀ ਕਵਾਇਦ ਸੀ, ਇਹਦਾ ਅੱਗੇ ਤੁਰਨ ਦੀ ਸੰਭਾਵਨਾ ਹੈ। ਤੇ ਇਹਦੇ ਨਾਲ ਸੁਖਬੀਰ ਬਾਦਲ ਦਾ ਵੀ ਸੱਦਿਆ ਜਾਣਾ ਬਾਦਲਕਿਆਂ ਦੀਆਂ ਵੱਧਦੀਆਂ ਮੁਸ਼ਕਲਾਂ ਵੱਲ ਇੰਡੀਕੇਸ਼ਨ ਹੈ ਕਿ ਇਹਦਾ ਕੁਝ ਰਿਜ਼ਲਟ ਵੀ ਨਿਕਲੂ, ਜਾਂ 4 ਮਹੀਨੇ 5 ਮਹੀਨੇ ਬਾਅਦ ਜਦੋਂ ਤੱਕ ਚੋਣ ਮੁਹਿੰਮ ਸੱਜ ਜਾਣੀ ਆ, ਉਦੋਂ ਤੱਕ ਇਹ ਮੁੱਦੇ ਸਿਰਫ ਮੁੱਦੇ ਰਹਿਣਗੇ, ਪੰਜਾਬ ਦੇ ਲੋਕਾਂ ਦੇ ਹੋਰ ਮੁੱਦੇ ਪਾਸੇ ਰਹਿ ਜਾਣਗੇ। ਇਹਨਾਂ ਦੋ ਮੁੱਦਿਆਂ ਦੇ ਉੱਤੇ ਹੀ ਸਾਰੀਆਂ ਪਾਰਟੀਆਂ ਯੁੱਧ ਵੀ ਲੜਨਗੀਆਂ ਤੇ ਉਹਦਾ ਪ੍ਰਚਾਰ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਸਿਆਸਤ ਨਹੀਂ ਹੋਣੀ ਚਾਹੀਦੀ, ਲੇਕਿਨ 2015 ਤੋਂ 22 ਤੱਕ 7 ਸਾਲ ਇਸੇ ਮੁੱਦੇ ਤੇ ਪੋਲਿਟਿਕਸ ਤੁਰਦੀ ਰਹੀ ਹੈ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਮੈਂ ਤੁਹਾਨੂੰ ਪਹਿਲਾਂ, ਤੁਸੀਂ ਬੜੀ ਇੱਕ ਜਿਹੜੀ ਆ ਉਹ ਵਧੀਆ ਗੱਲ ਕੀਤੀ ਹੈ ਕਿ ਜਿਹੜੀ ਕੋਈ ਜੇ ਡਰੱਗ ਦੇ ਖਿਲਾਫ ਦੇ ਵੀ ਅਸੀਂ ਸਰਕਾਰ ਨੇ ਕੋਈ ਫੈਸਲਾ ਲੈਣਾ ਜਾਂ ਉਹਦੇ ਖਿਲਾਫ ਕਾਰਵਾਈ ਕਰਨੀ ਆ, ਤੇ ਉਹ ਵਿਅਕਤੀ ਵਿਸ਼ੇਸ਼ ਨਹੀਂ ਹੋਣੀ ਚਾਹੀਦੀ। ਇਹ ਗੱਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਔਰ ਤੁਹਾਡੇ ਨਾਲ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਬਿਕਰਮ ਸਿੰਘ ਮਜੀਠੀਆ ਤੇ ਹਜੇ ਤੱਕ ਕਿਸੇ ਅਦਾਲਤੀ ਕਾਰਵਾਈ ਨੇ ਜਾਂ ਕਿਸੇ ਨੇ ਇਹੋ ਜਿਹਾ ਫੈਸਲਾ ਨਹੀਂ ਦਿੱਤਾ ਜਿਸ 'ਚ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕਨਵਿਕਸ਼ਨ ਹੋਵੇ ਜਾਂ ਉਹਨਾਂ ਨੂੰ ਸਿੱਧਾ ਇਸ ਲਈ ਜ਼ਿੰਮੇਦਾਰ ਠਹਿਰਾਇਆ ਹੋਵੇ। ਲੇਕਿਨ ਗੱਲ ਇਹ ਆਉਂਦੀ ਆ ਕਿ ਅਕਸਰ ਸਾਨੂੰ ਇਹ ਗੱਲ ਲੱਗਦੀ ਹੈ ਕਿ ਜਿਹੜੀਆਂ ਸਰਕਾਰਾਂ ਉਹ ਸਿਰਫ ਡਰੱਗ ਮਸਲੇ ਹੋਣ ਜਾਂ ਕਿਸੇ ਤਰ੍ਹਾਂ ਦੇ ਬੇਅਦਬੀ ਦੇ ਮਸਲੇ ਹੋਣ ਜਾਂ ਕਿਸੇ ਤਰ੍ਹਾਂ ਬਹਿਬਲ ਕਲਾਂ ਜਾਂ ਕੋਟਕਪੂਰਾ ਗੋਲੀਕਾਂਡ ਦੇ ਮਸਲੇ ਹੋਣ, ਇਹਨਾਂ ਤੇ ਰਾਜਨੀਤੀ ਕੀਤੀ ਜਾਂਦੀ ਆ। ਕੋਸ਼ਿਸ਼ ਨਹੀਂ ਹੁੰਦੀ ਕਿ ਜਿਹੜੇ ਅਸਲੀ ਦੋਸ਼ੀਆਂ ਨੂੰ ਫੜਿਆ ਜਾਵੇ। ਤੁਸੀਂ ਹੁਣ ਦੇਖੋ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇੰਟਰਵਿਊ ਸੀ, ਉਹਦੇ ਵਿੱਚ ਇੱਕ ਬੜੀ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ, ਜਦੋਂ ਉਹ ਕਹਿੰਦੇ ਕਿ ਜਦੋਂ ਮੈਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਨਾਲ ਕਿ ਆਪਾਂ ਇਹਨਾਂ ਬੇਅਦਬੀ ਦੇ ਮਸਲਿਆਂ ਨੂੰ ਜਾਂ ਕੋਟਕਪੂਰਾ ਜਾਂ ਹੋਰ ਜਿਹੜੇ ਮਸਲੇ ਆ, ਉਹਨਾਂ ਦੀ ਆਪਾਂ ਫਟਾਫਟ ਜਿਹੜੀ ਤਹਿਕੀਕਾਤ ਕਰਾ ਕੇ ਉਹਦੀ ਜਾਂਚ ਕਰਾ ਕੇ ਲੋਕਾਂ ਸਾਹਮਣੇ ਦੋਸ਼ੀਆਂ ਨੂੰ ਪੇਸ਼ ਕਰੀਏ, ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਚੁੱਪ ਬੈਠੋ, ਹਜੇ ਆਪਾਂ ਅਖੀਰਲੇ 6 ਮਹੀਨਿਆਂ 'ਚੋਂ ਗੱਲ ਕਰਾਂਗੇ, ਕਿਉਂਕਿ ਇਹ ਬੜਾ ਜਿਹੜਾ ਭਖਦਾ ਮਸਲਾ ਲੋਕਾਂ ਦੇ ਜਜ਼ਬਾਤਾਂ ਨਾਲ ਜੁੜਿਆ, ਤੇ ਆਪਾਂ ਜਦੋਂ ਪੋਲਿਟਿਕਸ ਤੇ ਕਰਨੀ ਹੋਗੀ 6 ਮਹੀਨੇ ਰਹਿੰਦੇ ਹੋਣਗੇ ਜਦੋਂ ਸਾਡੀਆਂ ਚੋਣਾਂ ਨੂੰ, ਆਪਾਂ ਉਦੋਂ ਇਸ ਮਸਲੇ ਨੂੰ ਚੱਕਾਂਗੇ। ਸੋ ਇਸ ਗੱਲ ਤੋਂ ਇਹਨਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਸਾਰੀ ਪੋਲੀਟੀਕਲ ਪਾਰਟੀਆਂ ਦਾ ਕਿ ਇਹ ਕਿਸੇ ਤਰ੍ਹਾਂ ਦਾ ਹੱਲ ਨਹੀਂ ਚਾਹੁੰਦੇ, ਹਰ ਮਸਲੇ ਨੂੰ ਲਟਕਾਉਣਾ ਚਾਹੁੰਦੇ ਆ ਤਾਂ ਕਿ ਉਹਦਾ ਰਾਜਨੀਤਿਕ ਫਾਇਦਾ ਮੌਕੇ ਤੇ ਆ ਕੇ ਲਿਆ ਜਾ ਸਕੇ। ਸੋ ਮਨਪ੍ਰੀਤ ਜੀ, ਇੱਕ ਸਵਾਲ ਖੜਾ ਹੋ ਜਾਂਦਾ। ਮੈਂ ਇੱਕ ਟਾਈਟਲ ਜਿਹੜਾ ਦਿੱਤਾ ਸੀਗਾ ਕਿ ਕੈਪਟਨ ਔਰ ਸਿੱਧੂ ਸੇਮ ਪੇਜ ਤੇ, ਸਵਾਲ ਇਹ ਸੀਗਾ ਕਿ ਲੋਕਾਂ ਨੇ ਇਹ ਤੇ ਕਿੰਤੂ ਵੀ ਕੀਤਾ, ਲੇਕਿਨ ਮੇਰਾ ਬੜਾ ਸਪਸ਼ਟ ਮੰਨਣਾ ਹੈ ਕਿ ਜਦੋਂ ਸਿੱਧੂ ਕਿਸੇ ਵੱਲ ਉਂਗਲ ਕਰਦੇ ਆ ਤੇ 3 ਉਹਨਾਂ ਦੇ ਆਪਣੇ ਵੱਲ ਵੀ ਹੁੰਦੀਆਂ। ਜਦੋਂ ਉਹ ਕਹਿੰਦੇ ਕਿ ਮੈਨੂੰ ਆਖਰੀ 6 ਮਹੀਨੇ ਉਡੀਕਣ ਲਈ ਕਿਹਾ ਗਿਆ, ਤਾਂ ਇਹ ਸਵਾਲ ਸਿੱਧੂ ਤੇ ਵੀ ਆਉਂਦਾ
ਕਿ ਸਿੱਧੂ ਨੇ ਵੀ ਤਾਂ ਫਿਰ ਆਖਰੀ 6 ਮਹੀਨੇ ਹੀ ਚੁਣੇ ਕਿ ਕੈਪਟਨ ਨੂੰ ਉਦੋਂ ਹੀ ਘੇਰਾਂਗੇ, ਜੇ 2 ਸਾਲ ਪਹਿਲਾਂ ਐਡੀ ਜ਼ਬਰਦਸਤ ਪ੍ਰੈਸ ਕਾਨਫਰੰਸ ਜਾਂ 1-to-1 ਇੰਟਰਵਿਊ ਦਿੱਤੀਆਂ ਹੁੰਦੀਆਂ, ਇਹ ਮਸਲੇ ਉਠਾਏ ਹੁੰਦੇ ਤੇ ਕਾਂਗਰਸ ਦੀ ਸਰਕਾਰ ਦਾ ਸਰੂਪ ਕੁਝ ਹੋਰ ਹੁੰਦਾ। ਪੰਜਾਬ ਦੇ ਲੋਕ ਮੁੱਦਿਆਂ ਦੇ ਉੱਤੇ ਇਹਨਾਂ ਸਰਕਾਰਾਂ ਤੋਂ ਕੋਈ ਆਸ ਕਰਦੇ। ਸਿੱਧੂ ਦੀ ਚੁੱਪ ਤੇ ਆਖਰੀ 6 ਮਹੀਨੇ ਚ ਬੋਲਣਾ ਕੈਪਟਨ ਅਮਰਿੰਦਰ ਸਿੰਘ ਦੇ ਉਸੇ ਹੀ ਵਤੀਰੇ ਵਰਗਾ ਹੈ ਜਿਹੜਾ ਵਤੀਰਾ ਸਿੱਧੂ ਦੋਸ਼ ਲਾ ਰਹੇ। ਜੀ ਤੁਹਾਡੀ ਗੱਲ ਕਾਫੀ ਹੱਦ ਤੱਕ ਜਾਇਜ਼ ਵੀ ਹੈ, ਤੇ ਦੂਸਰੇ ਪਾਸੇ ਕਿਉਂਕਿ ਇਸ ਗੱਲ ਦਾ ਜਵਾਬ ਖੁਦ ਨਵਜੋਤ ਸਿੰਘ ਸਿੱਧੂ ਦੇ ਸਕਦੇ ਆ, ਲੇਕਿਨ ਕਈ ਗੱਲਾਂ 'ਚ ਇਹ ਵੀ ਨਜ਼ਰ ਆਉਂਦਾ ਕਿ ਸਿੱਧੂ ਜਦੋਂ ਸੀਗੇ ਤੇ ਉਹਨਾਂ ਨੂੰ ਕਈ ਵਾਰੀ ਹਾਈ ਕਮਾਂਡ ਵੱਲੋਂ, ਸੀਨੀਅਰ ਲੀਡਰਸ਼ਿਪ ਵੱਲੋਂ ਸਨੇਹ ਆਉਂਦੇ ਰਹਿੰਦੇ ਆ ਕਿ ਤੁਸੀਂ ਥੋੜਾ ਚੁੱਪ ਰਹੋ, ਬੋਲਿਓ ਨਾ, ਕਿਉਂਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਹੱਲ ਕੱਢਾਂਗੇ ਕਿ ਇਸ ਮਸਲੇ ਦਾ ਜਲਦੀ ਹੀ ਛੇਤੀ ਕੋਈ ਨਿਪਟਾਰਾ ਕਰਾਂਗੇ। ਤੁਸੀਂ ਆਪ ਦੇਖੋ ਕਿ ਸਿੱਧੂ ਹੋਣਾ ਨੂੰ ਕਦੋਂ ਤੋਂ ਕਹਿ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕੋਈ ਇਹਨਾਂ ਦਾ ਕੋਈ ਬਣਦਾ ਜਿਹੜਾ ਢੁਕਵਾਂ ਇਹਨਾਂ ਦਾ ਅਹੁਦਾ ਇਹਨਾਂ ਦੇ ਰੁਤਬੇ ਦੇ ਅਨੁਸਾਰ ਇਹਨਾਂ ਨੂੰ ਦਿੱਤਾ ਜਾਵੇ। ਪ੍ਰਧਾਨਗੀ ਦੀ ਗੱਲ ਚੱਲੀ, ਡਿਪਟੀ ਸੀਐਮ ਦੀ ਗੱਲ ਚੱਲੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਦਾ ਜਾਂ ਕਿਸੇ ਤਰ੍ਹਾਂ ਵੀ ਦੁਬਾਰਾ ਸਥਾਪਿਤ ਕਰਨ ਦੀ ਕੋਈ ਗੱਲ ਨਹੀਂ ਕੀਤੀ, ਬਲਕਿ ਚੁੱਪ ਕਰ ਗਏ। ਤੁਸੀਂ ਇਸੇ ਕਰਕੇ ਜਿਹੜੀਆਂ ਮੀਟਿੰਗਾਂ ਖੜਗੇ ਕਮੇਟੀ ਬਣੀ, 3 ਮੈਂਬਰੀ ਜਿਹੜੀ ਕਮੇਟੀ ਬਣੀ ਆ, ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਸੱਦਿਆ ਜਾਂਦਾ, ਪੂਰੀਆਂ ਜਿਹੜੀਆਂ ਗੱਡੀਆਂ ਜਿਹੜੀਆਂ ਪੰਜਾਬ ਦੀਆਂ ਉਹ ਦਿੱਲੀ ਵੱਲ ਨੂੰ ਭੱਜਦੀਆਂ। ਇਹ ਸਾਰੀ ਕਵਾਇਦ ਦੀ ਜ਼ਰੂਰਤ ਨਹੀਂ ਸੀ। ਜੇ ਇਹ ਜਿਹੜੀ ਹਾਈ ਕਮਾਂਡ ਜਿਹੜੀ ਬੈਠੀ ਆ, ਜੇ 2 ਸਾਲ ਤੱਕ ਸਿੱਧੂ ਚੁੱਪ ਬੈਠੇ ਆ, ਤੇ ਇਹਨਾਂ ਨੂੰ ਵੀ ਚਾਹੀਦਾ ਸੀ ਕਿ ਪ੍ਰੋਐਕਟਿਵ ਹੋ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ। ਉੱਪਰੋਂ ਵੀ ਤਾਂ ਜਿਹੜੀਆਂ ਇੰਡੀਕੇਸ਼ਨਸ ਆ ਉਹ ਬਹੁਤ ਲੇਟ ਆਉਂਦੀਆਂ ਨੇ, ਉਦੋਂ ਆਉਂਦੀਆਂ ਨੇ ਜੋ 6-7 ਮਹੀਨੇ ਰਹਿ ਜਾਂਦੇ ਆ। ਸੋ ਇਹ ਵੀ ਇਹਦੇ ਨਾਲ ਕਾਰਨ ਬਣਦਾ। ਜੀ ਰੰਧਾਵਾ ਜੀ। ਅੱਛਾ, ਮੈਂ ਇਹ ਸਵਾਲ ਪੁੱਛਦਾ ਹਾਂ ਕਿ ਆਖਰ ਜਦੋਂ ਕੈਪਟਨ ਅਮਰਿੰਦਰ ਕੱਲ ਚੰਡੀਗੜ੍ਹ ਪਰਤਦੇ ਆ ਤੇ ਨਾਲ ਹੀ ਇੱਕ ਖਬਰ ਫਲੈਸ਼ ਹੋਣ ਲੱਗਦੀ ਆ ਕਿ ਸੁਖਬੀਰ ਬਾਦਲ ਨੂੰ SIT ਨੇ ਸੱਦ ਲਿਆ। ਇਹਦੇ ਕੋਈ ਆਪਸ ਵਿੱਚ ਕੋਈ ਤਾਲੁਕਾਤ ਬਣਦਾ, ਇਹਦਾ ਕੋਈ ਸਬੰਧ ਬਣਦਾ ਹੈ, ਜਾਂ SIT ਦੀ ਰੂਟੀਨ ਦੇ ਵਿੱਚ ਕਾਰਵਾਈ ਸਦਾ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਨੂੰ ਸੱਦਣਾ ਲਾਜ਼ਮ ਸੀਗਾ? ਇਹ ਇੱਕ ਰਵਾਇਤੀ ਤੇ ਟ੍ਰੈਡੀਸ਼ਨਲ ਤਰੀਕਾ ਹੈ ਕਿ ਤੁਸੀਂ ਇੱਕ ਤੋਂ ਬਾਅਦ ਗ੍ਰਹਿ ਮੰਤਰੀ ਨੂੰ ਹੁਣ ਸੱਦ ਲਿਆ ਮੁੱਖ ਮੰਤਰੀ ਤੋਂ ਬਾਅਦ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੋਂ ਬਾਅਦ ਕੋਈ ਤੇਜ਼ੀ ਦੇਖੀ ਗਈ ਕਿਉਂਕਿ ਉਹਨਾਂ ਨੂੰ 18 ਨੁਕਾਤੀ ਪ੍ਰੋਗਰਾਮ ਦੇ ਕੇ ਕਿਹਾ ਗਿਆ ਇਹਨਾਂ ਨੂੰ ਹੱਲ ਕਰਕੇ ਰਿਪੋਰਟ ਦਿਓ? ਜੀ ਦੇਖੋ, ਇਹਦੇ ਵਿੱਚ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬੁਲਾਇਆ ਸੀ ਕਿ ਇਸ ਤੋਂ ਬਾਅਦ ਡਿਪਟੀ ਚੀਫ ਮਿਨਿਸਟਰ ਜਿਹੜੇ ਸਾਬਕਾ ਰਹੇ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਤਾਂ ਬੁਲਾਉਣਾ ਹੀ ਬੁਲਾਉਣਾ। ਤੁਸੀਂ ਆਪ ਹੀ ਸਪਸ਼ਟ ਕਰ ਦਿੱਤਾ ਕਿ ਕਿਉਂਕਿ ਇਹਨਾਂ ਕੋਲੇ ਗ੍ਰਹਿ ਜਿਹੜਾ ਮੰਤਰਾਲਿਆ ਸੀ, ਗ੍ਰਹਿ ਵਿਭਾਗ ਸੀ, ਇਹਨਾਂ ਕੋਲੇ ਹੋਮ ਮਿਨਿਸਟਰ ਸੀ ਇਹ। ਸੋ ਹੋਮ ਮਿਨਿਸਟਰ ਜਿਹੜੀ ਸਿੱਧੀ ਜਵਾਬਦੇਹੀ ਹੁੰਦੀ ਹੈ ਜਦੋਂ ਉਹ ਪੁਲਿਸ ਮਹਿਕਮੇ ਦੇ ਨਾਲ ਕੋਈ ਨਾ ਕੋਈ ਗੱਲਬਾਤ ਹੋਵੇ। ਔਰ ਇਹ ਆਪਾਂ ਨੂੰ ਇਹ ਵੀ ਪਤਾ, ਚਾਹੇ ਤੁਸੀਂ ਪਿਛਲੇ ਦਿਨਾਂ 'ਚ ਜਿੰਨੇ ਵੀ ਕਮਿਸ਼ਨ ਬਣਾਏ ਗਏ, ਇਨਕੁਆਇਰੀਆਂ ਬਣਾਈਆਂ ਗਈਆਂ, ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀਆਂ ਸਿਟਸ ਬਣਾਈਆਂ ਗਈਆਂ, ਟੀਮਸ ਬਣਾਈਆਂ ਗਈਆਂ, ਉਹਨਾਂ ਦੇ ਵਿੱਚ ਗੱਲ ਬੜੀ ਉੱਭਰ ਕੇ ਆਈ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਸੁਖਬੀਰ ਸਿੰਘ ਬਾਦਲ ਉਸ ਟਾਈਮ ਸੱਤਾ ਦੇ ਵਿੱਚ ਕਾਬਜ਼ ਸੀ ਤੇ ਵੱਡੇ ਅਹੁਦਿਆਂ ਤੇ ਬੈਠੇ ਸੀ, ਸਭ ਤੋਂ ਉੱਚੇ ਅਹੁਦਿਆਂ ਤੇ ਬੈਠੇ ਸੀ। ਇਹਨਾਂ ਦਾ ਪੁਲਿਸ ਦੇ ਨਾਲ ਲਗਾਤਾਰ ਰਾਬਤਾ ਸੀ ਜਦੋਂ ਕੋਟਕਪੂਰਾ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਸੀ। ਤੇ ਉਸ ਦੌਰਾਨ ਉਹਨਾਂ ਨੇ ਬਤੌਰ ਮੁੱਖ ਮੰਤਰੀ ਹੁੰਦੇ ਹੋਏ, ਬਤੌਰ ਉਪ ਮੁੱਖ ਮੰਤਰੀ ਹੁੰਦੇ ਹੋਏ, ਉਹਨਾਂ ਨੇ ਕਈ ਅਫਸਰਾਂ ਦੇ ਨਾਲ ਗੱਲ ਕੀਤੀ। ਦੇਖੋ ਰੰਧਾਵਾ ਜੀ, ਇਹ 'ਚ ਮੇਰੇ ਇੱਕ ਗੱਲ ਦਾ ਮੰਨਣਾ ਕਿ ਆਮ ਤੌਰ ਤੇ ਤੁਸੀਂ ਦੇਖੋ ਕੋਈ ਵੀ ਪੋਲੀਟੀਕਲ ਪਾਰਟੀ ਆ, ਮੈਂ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਗੱਲ ਕਰਦਾ, ਇਹ ਬੜਾ ਮੁਸ਼ਕਲ ਹੁੰਦਾ ਕਿਸੇ ਵੀ ਮੁੱਖ ਮੰਤਰੀ ਨੂੰ ਜਾਂ ਉਪ ਮੁੱਖ ਮੰਤਰੀ ਨੂੰ ਇਹ ਕਹਿਣਾ ਆਪਣੇ ਅਫਸਰਾਂ ਨੂੰ ਕਿ ਜਾ ਕੇ ਗੋਲੀ ਚਲਾ ਦਿਓ। ਇਹ ਨਹੀਂ ਹੁੰਦਾ, ਸਿਰਫ ਇਹ ਕਿਹਾ ਜਾਂਦਾ ਕਿ ਲਾਅ ਐਂਡ ਆਰਡਰ ਨੂੰ ਤੁਸੀਂ ਮੇਨਟੇਨ ਕਰੋ, ਉੱਥੇ ਕਿਸੇ ਵੀ ਤਰ੍ਹਾਂ ਦੀ ਬਦ ਇੰਤਜ਼ਾਮੀ ਨਹੀਂ ਹੋਣੀ ਚਾਹੀਦੀ। ਬੇਸਿਕਲੀ ਤਾਂ ਆਹ ਗੱਲਾਂ ਹੁੰਦੀਆਂ। ਕਈ ਜਿਹੜੀ ਚੀਜ਼ਾਂ ਹੁੰਦੀਆਂ ਮੌਕੇ ਤੇ ਉੱਭਰਦੀਆਂ ਨੇ। ਮੌਕੇ ਤੇ ਉਸ ਟਾਈਮ ਕੀ ਹੋਇਆ ਕਿ ਜਿਹੜੇ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਆਪ ਹੀ ਫੈਸਲਾ ਲੈ ਲਿਆ। ਉਹਨਾਂ ਨੇ ਕੀ SDM ਤੋਂ ਪਰਮਿਸ਼ਨ ਲਈ, ਕਿਵੇਂ ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਉੱਥੇ ਪਹੁੰਚ ਗਏ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਉਂਦੀਆਂ ਨੇ। ਕਿਉਂਕਿ ਅਲਟੀਮੇਟਲੀ ਤੁਸੀਂ ਦੇਖੋ ਕੋਈ ਵੀ ਇਨਕੁਆਇਰੀ ਹੋਵੇ, ਇਹ ਜਿਹੜੇ ਪਰਸੈਪਸ਼ਨ ਆ ਲੋਕਾਂ ਨੂੰ ਸਿਰਫ ਇਹ ਦੱਸਣਾ ਕਿ ਦੇਖੋ ਜੀ ਅਸੀਂ ਐਡੇ ਵੱਡੇ ਮੁੱਖ ਮੰਤਰੀ ਜਿਹੜੇ 5 ਵਾਰੀ ਮੁੱਖ ਮੰਤਰੀ ਰਹੇ ਨੇ ਇਸ ਪੰਜਾਬ ਦੇ, ਅਸੀਂ ਉਹਨਾਂ ਨੂੰ ਬੁਲਾ ਲਿਆ। ਹੁਣ ਅਸੀਂ ਮਨਪ੍ਰੀਤ, ਇੱਥੇ ਇੱਕ ਸਵਾਲ ਉੱਠਦਾ ਹੈ ਕਿ ਜਿਹੜਾ ਸੂਬੇ ਦਾ ਪ੍ਰਸ਼ਾਸਨ ਹੈ ਉਹ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਥੱਲੇ ਚੱਲਦਾ ਹੈ। ਇਹਦਾ ਇੱਕ ਪਹਿਲੂ ਬਹੁਤ ਜ਼ਰੂਰੀ ਹੈ ਕਿ ਜਦੋਂ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਦੇ ਦਫ਼ਤਰ ਨਾਲ ਰਾਤ ਭਰ ਸੰਪਰਕ 'ਚ ਸੀ ਤੇ ਉਹ ਜੇ ਮੁੱਖ ਮੰਤਰੀ ਇਹ ਕਹਿ ਰਹੇ ਸੀ ਕਿ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਐਡਰੈਸ ਕਰੋ, ਉਸ ਵੇਲੇ ਜੋ ਵਾਪਰਦਾ ਹੈ ਉਹ ਕਿਹਦੇ ਹੁਕਮਾਂ ਨਾਲ ਵਾਪਰਦਾ? ਇਹੀ ਤਾਂ ਤਹਿਕੀਕਾਤ ਆ, ਇਹੀ ਤਾਂ ਜਾਂਚ ਦਾ ਵਿਸ਼ਾ ਹੈ। ਫਿਰ ਦੂਜਾ ਵੱਡਾ ਸਵਾਲ ਆ ਕਿ ਜੇ 2 ਵਿਅਕਤੀ ਉਦੋਂ ਦੇ DGP ਔਰ ਉਮਰਾ ਨੰਗਲ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ ਉਹਨੂੰ ਐਡਰੈਸ ਕਰਨ ਲਈ, ਉਹਨਾਂ ਦੇ ਕੀ ਹੁਕਮ ਜਾਂ ਆਦੇਸ਼ ਸੀ ਉਹਨੂੰ ਛੱਡ ਲੈਨੇ ਆ। ਉਸ ਵੇਲੇ ਦੇ ਜਿਹੜੇ ਉਮਰਾ ਨੰਗਲ ਮੌਕੇ ਤੇ ਮੌਜੂਦ ਸੀ ਉਹਨਾਂ ਨੂੰ ਕਿਹੜੇ ਹੁਕਮਾਂ ਨਾਲ ਲੁਧਿਆਣੇ ਤੋਂ ਉੱਥੇ ਜਾਣ ਲਈ ਕਿਹਾ ਗਿਆ ਜਾਂ ਕਿਹੜੇ ਹੁਕਮ ਸਟੈਂਡਿੰਗ ਸੀਗੇ ਜਿਨ੍ਹਾਂ ਕਾਰਨ ਉੱਥੇ ਸੀਗੇ? ਸਵਾਲ ਤਾਂ ਇਹ ਸਾਰੇ ਮੂੰਹ ਅੱਡ ਕੇ ਖੜੇ ਨੇ
ਕਿ ਕਿਹੜੇ ਵਿਅਕਤੀ ਨੇ ਉਹ ਸਾਰੇ ਫੈਸਲੇ ਲਏ। ਜੇ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਉਹਨੂੰ ਸਪਸ਼ਟ ਕਰ ਦੇਣ ਤਾਂ ਫਿਰ ਗੱਲ ਥੱਲੇ ਤੁਰ ਪੈਂਦੀ ਹੈ। ਥੱਲੇ ਵਾਲੇ ਫਿਰ ਦੱਸਣ ਕਿ ਉਹਨਾਂ ਨੇ ਅੱਗੇ ਕੀ ਕੀਤਾ। ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਜੇ ਇਹ ਮਸਲਾ ਇੰਨਾ ਲੰਬਾ ਲਟਕਿਆ ਹੈ ਤਾਂ ਇਹਦੇ ਵਿੱਚ ਕੁਝ ਹੈ ਕਿ ਨਹੀਂ, ਕਿਉਂਕਿ ਉਹ ਡੇਰਾ ਸਿਰਸਾ ਵਾਲਿਆਂ ਦੇ ਮਸਲੇ ਤੇ ਸਾਰੀਆਂ ਜਿੰਨੀਆਂ ਉਹ ਮਾਫੀਆਂ ਤੇ ਜਿੰਨੇ ਘਟਨਾਕ੍ਰਮ ਨੇ ਉਹਨਾਂ ਨੂੰ ਜੋੜ ਕੇ ਇੱਕ ਲੜੀ ਬਣਦੀ ਆ, ਔਰ ਉਹ ਕੜੀ ਦਰ ਕੜੀ ਕਿੱਥੇ ਤੱਕ ਤੁਰਦੀ ਆ ਇਹ ਲੋਕਾਂ ਦਾ ਜਾਣਨਾ ਹੱਕ ਆ। ਕਿਉਂਕਿ ਵੋਟਾਂ ਲੈਣ ਦੀ ਖਾਤਰ ਜੇ ਇਸ ਤਰ੍ਹਾਂ ਦੀ ਸਿਆਸਤ ਨੇ ਸਰੂਪ ਲੈਣਾ ਤਾਂ ਪੰਜਾਬ ਦੀ ਇਹ ਜਿਹੜੀ ਭਾਈਚਾਰਿਆਂ ਦੀ ਜਿਹੜੀ ਧਰਤੀ ਆ ਇਹਦੇ ਵਿੱਚ ਅੱਗੇ ਵੀ ਜ਼ਹਿਰ ਬੀਜਿਆ ਜਾ ਸਕਦਾ। ਲੋਕ ਇਹ ਸਮਝਣਾ ਚਾਹੁੰਦੇ ਆ ਤੇ ਇਹਨੂੰ ਸਮਝਾਉਣ ਦੇ ਵਿੱਚ ਕੋਈ ਵੀ ਧਿਰ 2015 ਤੋਂ 17 ਤੱਕ ਅਕਾਲੀ ਤੇ ਉਦੋਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਮਰੱਥ ਨਹੀਂ ਹੋ ਸਕੇ। ਹਾਲਾਂਕਿ ਕਹਿੰਦੇ ਹੁੰਦੇ ਆ ਕਿ ਇਹ ਕੰਮ ਤਾਂ ਇੱਕ SHO ਦੇ ਲੈਵਲ ਦਾ ਹੈ ਔਰ ਲੋਕਲ ਲੈਵਲ ਦੀ ਪੁਲਿਸ ਨੇ ਕਰਨਾ ਹੁੰਦਾ। ਕਿੰਨੀਆਂ SIT ਤੇ ਕਿੰਨੇ ਕਮਿਸ਼ਨ ਹੋਂਦ ਚ ਆ ਗਏ, ਲੇਕਿਨ ਪ੍ਰਣਾਲਾ ਉੱਥੇ ਦਾ ਉੱਥੇ ਖੜਾ ਹੈ। ਸੋ ਮੈਂ ਇਹੀ ਜਾਣਨਾ ਚਾਹੁੰਦਾ ਹੈ ਕਿ ਦਰਅਸਲ ਇਹ ਸਿੱਟੇ ਤੇ ਲੱਗਦੀ ਗੱਲ ਪਹੁੰਚਦੀ ਹੈ ਕਿ ਨਹੀਂ। ਤੁਹਾਨੂੰ ਲੱਗਦਾ, ਤੁਹਾਡਾ ਅਨੁਭਵ ਪੁਰਾਣਾ ਹੈ ਕਿ ਇਹੋ ਜਿਹੇ ਮਸਲੇ ਜਿਹੜੇ ਸਿਆਸੀ ਰੰਗ ਲੈ ਜਾਂਦੇ ਆ ਇਹ ਕਿਸੇ ਲੌਜੀਕਲ ਐਂਡ ਤੱਕ ਜਾਣਗੇ ਵੀ ਕਿ ਨਹੀਂ? ਦੇਖੋ ਰੰਧਾਵਾ ਜੀ, ਤੁਸੀਂ ਆਪ ਬੜੇ, ਤੁਹਾਡਾ ਐਕਸਪੀਰੀਅੰਸ ਆ, ਤੁਹਾਡਾ ਬੜਾ ਤਜਰਬਾ, ਤੁਸੀਂ ਦੇਖਿਆ ਹੋਣਾ ਕਿ ਅਕਸਰ ਕੇਂਦਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਜੇ ਕਿਸੇ ਮਸਲੇ ਨੂੰ ਹਮੇਸ਼ਾ ਮਿੱਟੀ ਪਾਉਣੀ ਆ ਉੱਤੇ, ਉਹ CBI ਨੂੰ ਦੇ ਦਿਓ, ਉਸ ਤੇ ਕੋਈ ਵੱਡੀ ਕੋਈ ਜਾਂਚ ਏਜੰਸੀ ਬਿਠਾ ਦਿਓ ਤਾਂ ਕਿ ਸਾਲੋ ਸਾਲ ਉਹ ਮਸਲਾ ਜਿਹੜਾ ਬਿਲਕੁਲ ਖਤਮ ਹੋ ਜਾਏ, ਦੱਬ ਜੇ। ਤੁਸੀਂ ਇੱਕ ਗੱਲ ਬਹੁਤ ਚੰਗੀ ਕਹੀ ਹੈ ਕਿ ਇਹ ਜਿਹੜਾ ਇੱਕ ਮਸਲਾ ਸੀ, ਜਦੋਂ ਉੱਥੇ ਗੋਲੀ ਚੱਲੀ, ਲੋਕ ਜ਼ਖਮੀ ਹੋਏ, 2 ਵਿਅਕਤੀ ਜਿਹੜੇ ਆ ਉਹ ਮਾਰੇ ਗਏ, ਤੇ ਬੜੇ ਆਰਾਮ ਦੇ ਨਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਕਰਕੇ ਇੱਕ ਜਾਂਚ ਚੰਗੀ ਤਰ੍ਹਾਂ ਕਰਕੇ ਉਹਦਾ ਚਲਾਨ ਪੇਸ਼ ਕੀਤਾ ਜਾ ਸਕਦਾ ਸੀ। ਜਦੋਂ ਤੁਸੀਂ ਪੈਨਲ ਬਣਾਉਣ ਲੱਗ ਜਾਂਦੇ ਹੋ, ਕਮਿਸ਼ਨ ਸਥਾਪਿਤ ਕਰਨ ਲੱਗ ਜਾਂਦੇ ਹੋ, ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਸਥਾਪਿਤ ਕਰਨ ਲੱਗ ਜਾਂਦੇ ਹੋ, ਤੇ ਕਿਤੇ ਨਾ ਕਿਤੇ ਮਨਸ਼ਾ ਇਹ ਲੱਗਦੇ ਆ ਜਾਂ ਇਰਾਦੇ ਇਹ ਲੱਗਦੇ ਨੇ ਕਿ ਤੁਸੀਂ ਕੇਸ ਨੂੰ ਚਾਹੁੰਦੇ ਨਹੀਂ ਕਿ ਸਿੱਧੀ ਤਰ੍ਹਾਂ ਲੋਕਾਂ ਤੱਕ ਸਾਹਮਣੇ ਆਵੇ। ਇੱਥੋਂ ਤੱਕ ਇਹ ਮਸਲਾ ਵਧਣਾ ਹੀ ਨਹੀਂ ਸੀ ਜੇ ਇਸੇ ਕੇਸ ਦੀ ਚੰਗੀ ਤਰ੍ਹਾਂ ਜਾਂਚ ਹੋ ਜਾਂਦੀ ਤੇ ਜਾਂਚ ਹੋ ਕੇ ਇਹਦਾ ਚਲਾਨ ਪੇਸ਼ ਹੋ ਜਾਂਦਾ ਤੇ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਜਦੋਂ ਇਹਨਾਂ ਮਸਲਿਆਂ 'ਚ ਪੈਂਦੇ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਤੇ ਨਾ ਕਿਤੇ ਸਾਡੀ ਮਨਸ਼ਾ ਹੁੰਦੀ ਹੈ ਕਿ ਇਹਨੂੰ ਪੋਲੀਟੀਕਲ ਇਹਦਾ ਇਸਤੇਮਾਲ ਕੀਤਾ ਜਾਵੇ। ਤੁਸੀਂ ਦੇਖੋ, ਹਰ ਕਿਸੇ ਬੰਦੇ ਨੇ ਕਿਹਾ ਕਿ ਇਹਦਾ ਪੋਲੀਟੀਕਲ ਇਸਤੇਮਾਲ ਕੀਤਾ ਜਾ ਰਿਹਾ। ਦੂਸਰੀ ਗੱਲ, ਮੈਂ ਇਹ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜੇ ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਉਹ ਸੁਖਬੀਰ ਸਿੰਘ ਬਾਦਲ ਆ, ਉਹਨਾਂ ਦਾ ਕੀ ਰੋਲ ਆ, ਕੋਈ ਉਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ। ਲੇਕਿਨ ਇਹਦੇ ਵਿੱਚ ਜਿਹੜੇ ਉਹਨਾਂ ਦੇ ਚਹੇਤੇ ਸੁਮੇਧ ਸਿੰਘ ਸੈਣੀ ਸੀ, ਸਾਬਕਾ DGP, ਚਾਹੇ ਉਹਨਾਂ ਦੇ ਆਪਣੇ ਚਹੇਤੇ ਅੱਗੋਂ ਸੈਣੀ ਸਾਹਿਬ ਦੇ ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਸੀ, ਜਾਂ ਚਰਨਜੀਤ ਸਿੰਘ ਸ਼ਰਮਾ ਸੀ, ਚਰਨਜੀਤ ਸ਼ਰਮਾ ਜਿਹਨਾਂ ਨੂੰ ਕਹਿੰਦੇ ਆ SSP ਉਸ ਵੇਲੇ, ਇਹਨਾਂ ਸਾਰਿਆਂ ਦਾ ਰੋਲ ਜਾਂ ਹੋਰ ਪੁਲਿਸ ਅਧਿਕਾਰੀਆਂ ਦਾ ਰੋਲ ਜਿਹੜੇ ਮੌਕੇ ਤੇ ਮੌਜੂਦ ਸੀ, ਉਹਨਾਂ ਨੂੰ ਆਪਾਂ ਨਕਾਰ ਨਹੀਂ ਸਕਦੇ ਕਿਉਂਕਿ ਬਹੁਤ ਸ਼ਾਂਤਮਈ ਢੰਗ ਨਾਲ ਉਹ ਧਰਨੇ ਮੁਜ਼ਾਹਰੇ ਚੱਲ ਰਹੇ ਸੀ, ਵਿਰੋਧ ਪ੍ਰਦਰਸ਼ਨ ਚੱਲ ਰਹੇ ਸੀ। ਤੇ ਜੇ ਉਹਨਾਂ ਤੇ ਬੈਠੇ ਬਿਠਾਇਆ ਗੋਲੀ ਚੱਲ ਜਾਂਦੀ ਹੈ ਕੋਈ ਪ੍ਰੋਵੋਕੇਸ਼ਨ ਤੋਂ ਬਗੈਰ, ਤੇ ਇਹਦੇ ਲਈ ਸਿੱਧਾ ਤੇ ਸਿੱਧਾ ਪ੍ਰਸ਼ਾਸਨ ਤੇ ਉਦੋਂ ਮੌਕੇ ਦੀ ਸਰਕਾਰ ਉਹਦੇ ਲਈ ਜ਼ਿੰਮੇਵਾਰ ਹੈ। ਪਰ ਕੌਣ ਜ਼ਿੰਮੇਵਾਰ ਹੈ, ਇਹੀ ਤੇ ਤੁਸੀਂ ਪਤਾ ਕਰਨਾ। ਬਿਲਕੁਲ ਮਨਪ੍ਰੀਤ ਜੀ, ਹੁਣ ਤੁਹਾਡਾ ਮਨਪਸੰਦ ਏਰੀਆ ਜਲੰਧਰ, ਤੁਹਾਡੀ ਕਰਮ ਭੂਮੀ ਸਾਲਾਂ ਤੱਕ, ਉੱਥੋਂ ਦੀ ਸਿਆਸਤ ਦੇ ਵਿੱਚ ਉਬਾਲ ਹੈ ਤੇ ਉਹ ਉਬਾਲ ਹੈ ਬਸਪਾ ਦੀ ਰਾਜਨੀਤੀ 'ਚ। ਬਸਪਾ ਦੀਆਂ ਅੰਦਰ ਖਾਤੇ ਮੀਟਿੰਗਸ ਦੇ ਵਿੱਚ ਜਿਹੜਾ ਗੱਠਜੋੜ ਹੋਇਆ ਅਕਾਲੀਆਂ ਨਾਲ, ਉਹਦੇ ਖਿਲਾਫ ਬਹੁਤ ਲੀਡਰਸ਼ਿਪ ਭੁਗਤੀ ਆ। ਅਸੀਂ ਨਾ ਲਈਏ ਕਿਉਂਕਿ ਨਾ ਕਾਫੀ ਜ਼ਿਆਦਾ ਨੇ। ਜਿਹੜਾ ਥੱਲੇ ਦਾ ਬਸਪਾ ਦਾ ਕਾਡਰ ਸੀਗਾ ਉਹਦੇ ਵਿੱਚ ਇਹ ਬੇਚੈਨੀ ਸੀਗੀ ਕਿ ਜਿਹੜੀਆਂ ਸੀਟਾਂ ਅਸੀਂ ਜਿੱਤ ਸਕਦੇ ਸੀ ਉਹ ਤਾਂ ਤੁਸੀਂ ਅਗਲਿਆਂ ਨੂੰ ਥਾਲੀ 'ਚ ਪਰੋਸ ਕੇ ਦੇਤੀਆਂ। ਉਹ ਬੰਦੇ, ਜਿਹੜੇ ਬੰਦੇ ਬਸਪਾ ਦੇ ਵਿੱਚ ਜਵਾਨ ਹੋਏ ਪਲੇ, ਬਸਪਾ ਦੇ ਵਿੱਚ ਚਿਹਰੇ ਬਣੇ, ਉਹ ਅਕਾਲੀ ਦਲ 'ਚ ਜਾ ਕੇ ਵਜ਼ੀਰੀਆਂ ਤੱਕ ਮਾਣਗੇ। ਇਹ ਵੀ ਸਵਾਲ ਹੈ ਕਿ ਜੇ ਉਹ ਸੀਟਾਂ ਜਿਹੜੀਆਂ ਬਸਪਾ ਦੀਆਂ ਸੀ, ਜਿਹੜੀਆਂ ਉਹਨਾਂ ਦੇ ਰਾਹੀਂ ਅਕਾਲੀ ਦਲ ਕੋ ਚਲੇ ਗਈਆਂ ਸੀ, ਜੇ ਉਹ ਸਾਨੂੰ ਨਹੀਂ ਮਿਲਣੀਆਂ ਤੇ ਫਿਰ ਗੱਠਜੋੜ ਕਾਹਦਾ? ਇਹ ਰੌਲਾ ਇੰਨਾ ਵੱਧ ਗਿਆ, ਜਸਬੀਰ ਸਿੰਘ ਗੜੀ ਸ਼ਾਇਦ ਇਹਨੂੰ ਐਡਰੈਸ ਕਰ ਨਹੀਂ ਸਕੇ। ਹੁਣ 25 ਨੂੰ ਮਾਇਆਵਤੀ ਨੇ ਸਾਰੇ ਸੱਦਿਆ। ਸਵਾਲ ਇਹ ਆ ਕਿ ਬਸਪਾ ਨੇ ਜੇ ਗੱਠਜੋੜ ਦਾ ਲਾਭ ਲੈਣਾ ਸੀ ਤੇ ਕੁਝ ਸੀਟਾਂ ਜਿੱਤੀਆਂ ਵੀ ਜਾਂਦੀਆਂ। ਹੁਣ ਇਹਦੇ ਉੱਤੇ ਅੱਗੇ ਕੀ ਹੋਊਗਾ? ਦਬਾਬੇ ਦੇ ਉਹ ਗਲੀ ਰਾਜਨੀਤੀ ਨੂੰ ਜ਼ਰਾ ਦੱਸਿਓ ਵੀ ਇਹ ਉਬਾਲ ਐਵੇਂ ਦੁੱਧ ਦੇ ਉਬਾਲ ਵਰਗਾ ਹੈ ਜਾਂ ਇਹ ਉਬਾਲ ਗੱਠਜੋੜ ਲਈ ਖਤਰਾ ਵੀ ਪੈਦਾ ਹੋਊਗਾ? ਦੇਖੋ ਰੰਧਾਵਾ ਜੀ, ਬਹੁਜਨ ਸਮਾਜ ਪਾਰਟੀ ਨੂੰ ਰਾਜਨੀਤੀ ਜਿਹੜੀ ਇਹਨਾਂ ਦੀ ਸਮਝਣ ਦੀ ਬਹੁਤ ਲੋੜ ਆ। ਬਹੁਜਨ ਸਮਾਜ ਪਾਰਟੀ, ਖਾਸ ਤੌਰ ਤੇ ਮਾਇਆਵਤੀ, ਕਦੇ ਵੀ ਪੰਜਾਬ ਦੇ ਵਿੱਚ ਜਿਹੜੇ ਆ ਉਹ ਐਕਟਿਵ ਨਹੀਂ ਰਹੇ। ਜਿਹੜਾ ਉਹਨਾਂ ਦਾ ਸਾਰਾ ਇੰਟਰਸਟ ਆ, ਦਿਲਚਸਪੀ ਆ, ਉਹ ਯੂਪੀ ਦੀ ਪੋਲਿਟਿਕਸ ਵਿੱਚ ਹੈ, ਜਿੱਥੇ 403 ਸੀਟਾਂ, ਜਿੱਥੋਂ ਦੀਆਂ ਵਜ਼ਾਰਤਾਂ ਬਣਦੀਆਂ, ਕੱਲੇ ਯੂਪੀ ਦੀ ਵਜ਼ਾਰਤ ਨਹੀਂ ਬਣਦੀ, ਉਹ ਜਾ ਕੇ ਕੇਂਦਰ ਦੇ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਆ ਉਹ ਉੱਥੋਂ ਆਉਂਦੇ ਨੇ। ਇਸੇ ਕਰਕੇ ਜਦੋਂ ਤੋਂ ਕਾਸ਼ੀ ਰਾਮ ਗਏ ਨੇ,
ਜਿਹੜੇ ਸੁਪਰੀਮੋ ਹੁੰਦੇ ਸੀ ਬਹੁਜਨ ਸਮਾਜ ਪਾਰਟੀ ਦੇ, ਉਸ ਤੋਂ ਬਾਅਦ ਮਾਇਆਵਤੀ ਨੇ ਕਿਸੇ ਤਰ੍ਹਾਂ ਦਾ ਧਿਆਨ ਜਿਹੜਾ ਉਹ ਪੰਜਾਬ ਤੇ ਨਹੀਂ ਦਿੱਤਾ। ਹਾਂ, ਇਹ ਗੱਲ ਅਕਸਰ ਅਕਾਲੀ ਦਲ ਤੇ ਦੋਸ਼ ਲੱਗਦੇ ਸੀ, ਸ਼੍ਰੋਮਣੀ ਅਕਾਲੀ ਦਲ ਦੇ, ਕਿ ਉਹ ਕੁਝ ਕੈਂਡੀਡੇਟਸ ਨੂੰ, ਦਲਿਤ ਕੈਂਡੀਡੇਟਸ ਨੂੰ ਖੜਾ ਕਰਕੇ ਉਹਨਾਂ ਨੂੰ ਪੈਸੇ ਦੇ ਕੇ, ਦੋਸ਼ ਸੀ ਉਹਨਾਂ ਤੇ, ਉਹਨਾਂ ਤੋਂ ਕੁਝ ਵੋਟਾਂ ਤੜਾਉਂਦੇ ਨੇ, ਕਦੇ ਸਿੱਧਾ ਉਹਨਾਂ ਦੇ ਨਾਲ ਸੰਪਰਕ ਨਹੀਂ ਰਹਿੰਦਾ। ਲੇਕਿਨ ਹੁਣ ਜਦੋਂ ਤੋਂ ਉਹਨਾਂ ਦਾ ਗੱਠ ਜੋੜ ਟੁੱਟਿਆ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ, ਤੇ ਅਕਾਲੀ ਦਲ ਨੂੰ ਇਹ ਕਿਤੇ ਲੱਗਦਾ ਕਿ ਸਾਡਾ ਜਿਹੜੀ ਪਪੂਲੈਰਿਟੀ ਆ, ਜਾਂ ਜਿਹੜਾ ਸਾਡਾ ਵਕਾਰ ਆ, ਜਾਂ ਸਾਡੀ ਸਾਖ ਆ, ਉਹ ਕਿਸੇ ਨਾ ਕਿਸੇ ਕਾਰਨ ਬਹੁਤ ਡਿੱਗੀ ਆ, ਤੇ ਉਹ ਦੁਬਾਰਾ ਜਿਹੜੀ ਆ ਉਹ ਸਾਖ ਨੂੰ ਵਾਪਸ ਲੈ ਕੇ ਆਉਣਾ ਮੁਸ਼ਕਲ ਆ। ਤੇ ਇਸੇ ਕਰਕੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਉਹ ਸਹਾਰਾ ਲਿਆ। ਜਿੱਥੋਂ ਤੱਕ ਸੀਟਾਂ ਦੀ ਗੱਲ ਆ, ਦੇਖੋ 20 ਸੀਟਾਂ ਬਹੁਜਨ ਸਮਾਜ ਪਾਰਟੀ ਨੇ ਉਹਨਾਂ ਨੇ ਦਿੱਤੀਆਂ, ਤੇ ਲਗਭਗ ਇਹਨਾਂ ਚੋਂ 12 ਸੀਟਾਂ ਉਹ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਲੜਦੀ ਸੀ, ਤੇ ਜ਼ਿਆਦਾਤਰ ਇਹਨਾਂ ਚੋਂ ਸ਼ਹਿਰੀ ਸੀਟਾਂ। ਸੋ ਇਸ ਚੀਜ਼ ਨੂੰ ਆਪਾਂ ਧਿਆਨ ਦੇ ਵਿੱਚ ਦੇਖੀਏ। ਔਰ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਵਰਕਰਸ ਨੇ, ਜਿਸ ਤਰ੍ਹਾਂ ਤੁਸੀਂ ਨਾਮ ਵੀ ਲਿੱਤਾ, ਬਹੁਤ ਸਾਰੇ ਵਰਕਰਸ ਇਸ ਗੱਲ ਤੋਂ ਖੁਸ਼ ਨਹੀਂ ਆ ਜਿਹੜੀਆਂ ਸੀਟਾਂ ਉਹਨਾਂ ਨੂੰ ਮਿਲੀਆਂ ਨਹੀਂ। ਸੋ ਇਹੀ ਕਾਰਨ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜੋ ਅਲਾਈਅੰਸ ਹੋਇਆ, ਗੱਠਜੋੜ ਹੋਇਆ, ਇਸ ਕਰਕੇ ਕਿ ਸ਼ਾਇਦ ਸਾਡੀ ਕਾਰਗੁਜ਼ਾਰੀ ਜਿਹੜੀ ਸੰਨ 2022 ਦੀਆਂ ਚੋਣਾਂ ਦੇ ਵਿੱਚ ਵਧੀਆ ਹੋਏਗੀ, ਉਸ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਖੜੇ ਹੋ ਗਏ ਨੇ, ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ। ਔਰ ਜਿਸ ਤਰ੍ਹਾਂ ਦੀ ਵੱਧ ਰਹੀ ਆ ਬਹੁਜਨ ਸਮਾਜ ਪਾਰਟੀ ਦੇ ਵਿੱਚ ਵਿਰੋਧਤਾ ਵੱਧ ਰਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਠਜੋੜ ਜਿਹੜਾ ਉਹ ਕਿਸੇ ਨਾ ਕਿਸੇ ਖਤਰੇ 'ਚ ਪੈ ਸਕਦਾ। ਦੂਸਰਾ, ਮੈਂ ਤੁਹਾਨੂੰ ਇਹ ਗੱਲ ਵੀ ਨਾਲ ਦੱਸਦਾ ਕਿ ਬਹੁਜਨ ਸਮਾਜ ਪਾਰਟੀ ਦਾ ਕੋਈ ਬਹੁਤ ਜ਼ਿਆਦਾ ਵੱਡਾ ਪਿਛਲੇ ਦਿਨਾਂ ਦੇ ਵਿੱਚ ਵੋਟ ਬੈਂਕ ਜਾਂ ਆਧਾਰ ਨਹੀਂ ਹੈ। ਤੁਸੀਂ ਦੇਖੋ, ਸਭ ਤੋਂ ਵੱਡਾ ਇਹਨਾਂ ਨੂੰ 16.5% ਮਿਲੀ ਸੀ ਵੋਟ ਸੰਨ 1992 ਦੇ ਵਿੱਚ। ਹੁਣ ਤੁਸੀਂ 1992 ਤੋਂ ਬਾਅਦ ਤੁਸੀਂ ਦੇਖ ਲਓ ਕਿ ਅੱਜ ਦੀ ਤਰੀਕ ਆ ਪਿਛਲੇ 2017 ਦੇ ਵਿੱਚ 1.5% ਰਹਿ ਗਈ ਹੈ ਸਾਰੀ ਇਹਨਾਂ ਦੀ ਵੋਟ। ਸੋ ਇਸ ਕਰਕੇ ਇਹ ਕਹਿਣਾ, ਜੇ ਕੱਲ ਨੂੰ ਹੋਰ ਪਾਰਟੀਆਂ ਨੇ ਵਧੀਆ ਕੈਂਡੀਡੇਟ ਲੈ ਆਂਦੇ ਉਹਨਾਂ ਕਨਸਟੀਟੂਐਂਸੀਜ਼ ਦੇ ਵਿੱਚ, ਉਹਨਾਂ ਇਲਾਕਿਆਂ ਦੇ ਵਿੱਚ, ਖੇਤਰਾਂ ਦੇ ਵਿੱਚ, ਤੇ ਹੋ ਸਕਦਾ ਉਹ ਇਹਨਾਂ ਤੋਂ ਕਿਤੇ ਵਧੀਆ ਕਰ ਜਾਣ। ਸੋ ਇਹ ਗੱਲਾਂ ਦਾ ਧਿਆਨ ਵੀ ਬਸਪਾ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਰੱਖਣਾ ਪੈਣਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜੇਕਰ ਬਸਪਾ ਨੂੰ ਫਾਇਦਾ ਹੁੰਦਾ ਦਿਸਦਾ ਸੀ, ਉਹਨਾਂ ਦੀ ਵੋਟ ਪ੍ਰਤੀਸ਼ਤਤਾ ਵੱਧਦੀ ਸੀਗੀ ਤੇ ਉਹ ਅਕਾਲੀ ਦਲ ਦੀ ਵੋਟ ਪੈਣ ਨਾਲ ਵੱਧਦੀ ਸੀ, ਔਰ ਅਗਲੇ ਦਿਨਾਂ ਦੇ ਵਿੱਚ ਬਸਪਾ ਇਹਦੇ 'ਚੋਂ ਕਾਫੀ ਫਾਇਦੇ 'ਚ ਸੀ। ਅਕਾਲੀ ਦਲ ਕਿਉਂਕਿ ਭਾਵਨਾਤਮਕ ਤੌਰ ਤੇ ਇਹਦਾ ਫਾਇਦਾ ਲੈਣ ਦੀ ਆੜ 'ਚ ਸੀਗਾ, ਔਰ ਉਹਨਾਂ ਨੂੰ ਉਤਸ਼ਾਹ ਮਿਲਿਆ ਵੀ, ਤੇ ਉਹ ਕਹਿੰਦੇ ਹੁੰਦੇ ਨਾ, ਅਫਸੋਸ ਕਿ ਇਸੇ ਹੀ ਪੀਰੀਅਡ 'ਚ ਕਾਂਗਰਸ ਦਾ ਕਲੇਸ਼ ਆ ਗਿਆ। ਜਿਹੜੀਆਂ ਖਬਰਾਂ 15-20 ਦਿਨ ਤੱਕ ਅੱਗੇ ਵਧਣੀਆਂ ਸੀ, ਉਹ ਛੇਤੀ ਦਮ ਤੋੜ ਗਈਆਂ। ਲੇਕਿਨ ਸ਼ਾਇਦ ਸੁਖਬੀਰ ਸਿੰਘ ਬਾਦਲ ਇੱਥੇ ਵੀ ਕਾਹਲੀ ਕਰ ਗਏ। ਇਹੀ ਗੱਠਜੋੜ ਉਹ ਜਾ ਕੇ ਨਵੰਬਰ ਦੇ ਆਸ-ਪਾਸ ਕਰਦੇ ਇੱਕ ਬੂਸਟ ਵਜੋਂ ਹੁੰਦਾ, ਲੇਕਿਨ ਅੱਜ ਇਹ ਕਲੇਸ਼ ਵਜੋਂ ਅੱਗੇ ਵਧਿਆ। ਮਨਪ੍ਰੀਤ ਜੀ ਸਾਡੇ ਨਾਲ ਸੀਗੇ, ਬੜਾ ਮਜ਼ਾ ਆਇਆ ਮਨਪ੍ਰੀਤ ਤੁਹਾਡੇ ਨਾਲ ਗੱਲ ਕਰਕੇ। ਮਨਪ੍ਰੀਤ ਰੰਧਾਵਾ, ਮੈਂ ਇੱਕ ਵਾਰੀ ਫਿਰ ਦੱਸ ਦਿਆਂ, ਸੀਨੀਅਰ ਜਰਨਲਿਸਟ, ਮੈਨੂੰ ਚੰਗਾ ਲੱਗਿਆ। ਅਸੀਂ ਲਗਾਤਾਰ ਇਹਨਾਂ ਨਾਲ ਜੁੜੇ ਰਵਾਂਗੇ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ, ਮੈਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ।